ਕਲੇਰਾਂ ਵਾਲੇ ਕਲੇਰਾਂ ਨਗਰ ਤੋਂ ਭਾਈ ਸਰਦਾਰਾ ਸਿੰਘ ਇੱਕ ਵਾਰਤਾ ਕਹਿ ਕੇ ਮੈਂ ਸਮਾਪਤੀ ਕਰਾਂ। ਜੋ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਸੇਵਾ ਦੇ ਸਮੇਂ ਦਾ ਸਾਥੀ, ਜਦੋਂ ਬਾਬਾ ਜੀ ਹਜ਼ੂਰੀ ਸੇਵਾ ਕਰਦੇ ਸਨ ਵੱਡੇ ਬਾਬਾ ਜੀ ਦੀ, ਉਸ ਵੇਲੇ ਇਹ ਭਾਈ ਸਰਦਾਰਾ ਸਿੰਘ ਕਲੇਰਾ ਨਗਰ ਤੋਂ ਆ ਕੇ ਨਾਲ ਸੇਵਾ ਕਰਾਇਆ ਕਰਦਾ ਸੀ। ਇਹਦੀ ਅਵਸਥਾ ਸ਼ੁੱਧ ਸੀ, ਭਾਵਨਾ ਵਾਲੀ ਸੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਇਸ ਦਰਗਾਹੀ ਸੇਵਾ ਵਿੱਚ ਇਹਨੂੰ ਸ਼ਰੀਕ ਕਰ ਲੈਂਦੇ ਸਨ। ਤੋ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਦੋਂ ਸੱਚਖੰਡ ਚਲੇ ਗਏ ਸਨ 43 ਵਿੱਚ, ਉਸ ਤੋਂ ਬਾਅਦ ਕਦੇ ਵੀ ਇਸ ਸਰਦਾਰਾ ਸਿੰਘ ਨੇ ਮਿਲਣਾ ਤੇ ਬਾਬਾ ਜੀ ਨੇ ਪਤਾ ਕੀ ਕਹਿਣਾ, ਬਾਬਾ ਜੀ ਨੇ ਬੜੇ ਪਿਆਰ ਨਾਲ, ਕਿਉਂਕਿ ਐਸੀਆਂ ਹਸਤੀਆਂ 'ਚ ਇਹ ਬੜਾ ਵੱਡਾ ਗੁਣ ਹੁੰਦਾ ਹੈ। ਜਿਵੇਂ ਭਗਵਾਨ ਕ੍ਰਿਸ਼ਨ ਸੁਦਾਮਾ ਨੂੰ ਨਹੀਂ ਸੀ ਭੁੱਲੇ, ਐਵੇਂ ਇਹ ਭਾਈ ਸਰਦਾਰਾ ਸਿੰਘ ਜਦੋਂ ਮਿਲਦਾ, ਰਾਜੇ ਮਹਾਰਾਜੇ ਤਾਂ ਬਾਹਰ ਖਲੋਤੇ ਨੇ ਹੱਥ ਜੋੜ ਕੇ, ਪਤਾ ਲੱਗ ਜਾਏ ਭਾਈ ਸਰਦਾਰਾ ਸਿੰਘ ਆਇਆ ਹੈ ਤੇ ਹਜ਼ੂਰੀਆਂ ਨੂੰ ਕਹਿਣਾ ਭਾਈ ਇਹਨੂੰ ਨਾ ਲਾਈਨ 'ਚ ਖੜਾਇਆ ਕਰੋ, ਇਹਨੂੰ ਅੰਦਰ ਬੁਲਾਇਆ ਕਰੋ। ਤੇ ਕਹਿੰਦੇ ਪਤਾ ਕੀ ਸੀ ਪਿਆਰ ਨਾਲ, ਆ ਯਾਰਾ ਕੀ ਹਾਲ ਹੈ, ਆ ਯਾਰਾ ਕੀ ਹਾਲ ਹੈ, ਆਹੀ ਬਚਨ ਕਹਿੰਦੇ। ਉਹ ਵੀ ਬੜੀ ਭਾਵਨਾ ਰੱਖਦਾ, ਜਿਵੇਂ ਵੱਡੇ ਬਾਬਾ ਜੀ ਤੇ ਭਾਵਨਾ, ਉਵੇਂ ਹੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੇ। ਸਮਾਂ ਲੰਘਦਾ ਗਿਆ। ਇੱਕ ਵਾਰ ਦਾ ਜ਼ਿਕਰ ਹੈ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਪ ਸਮਾਂ ਦੇ ਰਹੇ ਸਨ ਝੋਰੜਾਂ ਵਿਖੇ। ਪੰਕਤੀ ਪੰਕਤੀ ਵਾਲੇ ਮਹਾ ਸੰਪਟ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ ਤੇ ਇਹਨਾਂ ਦਿਨਾਂ ਵਿੱਚ ਨਾਲ ਦੇ ਇਲਾਕਿਆਂ ਵਿੱਚ ਬਾਬਾ ਜੀ ਪੰਥ ਦਾ ਪ੍ਰਚਾਰ ਕਰ ਰਹੇ ਸਨ। ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ, ਪਿੰਡ ਪਿੰਡ ਜਾ ਕੇ, ਗਲੀ ਗਲੀ ਜਾ ਕੇ ਇਹ ਹੋਕਾ ਦੇਣਾ, ਇਹ ਧਾਰਨਾ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵੇਲੇ ਮਸ਼ਹੂਰ ਹੋ ਗਈ ਸੀ। ਕਿਹੜੀ? ਆਓ ਪੜ੍ਹ ਲਓ। ਜੇ ਮਿਲਣਾ ਕਲਗੀਆਂ ਵਾਲੇ ਨੂੰ, ਜੇ ਮਿਲਣਾ ਬਾਜਾਂ ਵਾਲੇ ਨੂੰ, ਜੇ ਮਿਲਣਾ ਕਲਗੀਆਂ ਵਾਲੇ ਨੂੰ, ਜੇ ਮਿਲਣਾ ਬਾਜਾਂ ਵਾਲੇ ਨੂੰ, ਖੰਡੇ ਦਾ ਅੰਮ੍ਰਿਤ ਪੀ ਲੈ, ਜੇ ਮਿਲਣਾ ਕਲਗੀਆਂ ਵਾਲੇ ਨੂੰ, ਜੇ ਮਿਲਣਾ ਬਾਜਾਂ ਵਾਲੇ ਨੂੰ, ਖੰਡੇ ਦਾ ਅੰਮ੍ਰਿਤ ਪੀ ਲੈ, ਜੇ ਮਿਲਣਾ ਕਲਗੀਆਂ ਵਾਲੇ ਨੂੰ, ਜੇ ਮਿਲਣਾ ਬਾਜਾਂ ਵਾਲੇ ਨੂੰ, ਖੰਡੇ ਦਾ ਅੰਮ੍ਰਿਤ ਪੀ ਲੈ, ਖੰਡੇ ਦਾ ਅੰਮ੍ਰਿਤ ਪੀ ਲੈ, ਪੀ ਲੈ, ਜੇ ਮਿਲਣਾ ਕਲਗੀਆਂ ਵਾਲੇ ਨੂੰ, ਜੇ ਮਿਲਣਾ ਬਾਜਾਂ ਵਾਲੇ ਨੂੰ, ਖੰਡੇ ਦਾ ਅੰਮ੍ਰਿਤ ਪੀ ਲੈ, ਜੇ ਮਿਲਣਾ ਕਲਗੀਆਂ ਵਾਲੇ ਨੂੰ, ਜੇ ਮਿਲਣਾ
ਬਾਬਾ ਜੀ ਦੇ ਮੁਖਾਰ ਬਿੰਦ ਤੋਂ ਨਿਕਲਿਆ ਹੋਇਆ ਬਚਨ ਧਾਰਨਾ ਦੇ ਰੂਪ ਵਿੱਚ ਪਿੰਡ ਪਿੰਡ ਗੂੰਜ ਗਿਆ, ਗਲੀਆਂ ਵਿੱਚ ਗੂੰਜ ਗਿਆ। ਜਿੱਥੋਂ ਦੀ ਲੰਘਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਜਾਂਦੇ, ਜਿੱਥੋਂ ਦੀ ਲੰਘਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਕਲਗੀਧਰ ਪਿਤਾ ਦੀ ਗੋਦ ਵਿੱਚ ਬਿਠਾ ਜਾਂਦੇ। ਤੋ ਇਵੇਂ ਬਾਬਾ ਜੀ ਦੇ ਨਾਨਕੇ ਨਗਰ ਦੀ ਸੰਗਤ ਵੀ ਗਈ। ਬੇਨਤੀ ਕੀਤੀ, ਬਾਬਾ ਜੀ ਹੋਰ ਨਗਰਾਂ 'ਚ ਆਪ ਦਰਸ਼ਨ ਦੇ ਰਹੇ ਹੋ, ਦੀਦਾਰ ਦੇ ਰਹੇ ਹੋ, ਪੰਥ ਦਾ ਪ੍ਰਚਾਰ ਕਰ ਰਹੇ ਹੋ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਰਹੇ ਹੋ, ਨਿਗੁਰਿਆਂ ਨੂੰ ਗੁਰੂ ਵਾਲਾ ਬਣਾ ਰਹੇ ਹੋ, ਨਰਕੀ ਜਾਂਦਿਆਂ ਨੂੰ ਸੱਚਖੰਡ ਦੇ ਭਾਗੀਦਾਰ ਬਣਾ ਰਹੇ ਹੋ। ਕਲਕੱਤੇ ਦਾਸ ਇੱਕ ਵਾਰੀ ਗਿਆ, ਉੱਥੋਂ ਦੇ ਸਿੰਘ ਮਿਲੇ, ਕਹਿੰਦੇ ਕੋਈ ਧਰਮਰਾਜ ਨੂੰ ਨਵਾਂ ਨਰਕ ਬਣਾਉਣਾ ਪੈਣਾ ਸੀ ਸਾਡੇ ਵਾਸਤੇ ਜੇ ਬਾਬਾ ਈਸ਼ਰ ਸਿੰਘ ਜੀ ਕਲਕੱਤੇ ਨਾ ਆਉਂਦੇ। ਜੇ ਕਲਕੱਤੇ ਨਾ ਆਉਂਦੇ। ਇਤਿਹਾਸ ਗਵਾਹ ਹੈ, ਜਿੰਨੇ ਦਿਨ ਬਾਬਾ ਜੀ ਕਲਕੱਤੇ ਰਹੇ, ਭਵਾਨੀਪੁਰ ਦਾ ਇਲਾਕਾ ਹੈ, ਖਾਲਸਾ ਸਕੂਲ ਹੈ, ਉਸ ਇਲਾਕੇ ਵਿੱਚ ਸਿਨੇਮੇ ਬੰਦ ਹੋ ਗਏ। ਸਿਨੇਮੇ ਉਸ ਇਲਾਕੇ ਵਿੱਚ ਝਟਕੇ ਦੀਆਂ ਦੁਕਾਨਾਂ ਬੰਦ ਹੋ ਗਈਆਂ, ਠੇਕੇ ਬੰਦ ਹੋ ਗਏ ਸ਼ਰਾਬ ਦੇ, ਜਿੰਨੇ ਦਿਨ ਬਾਬਾ ਜੀ ਉੱਥੇ ਰਹੇ। ਉਹ ਕਹਿੰਦੇ ਧਰਮਰਾਜ ਨੂੰ ਕੋਈ ਹੋਰ ਹੀ ਨਰਕ ਬਣਾਉਣਾ ਪੈਣਾ ਸੀ ਜੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਲਕੱਤੇ ਨਾ ਆਉਂਦੇ। ਇਹ ਰਹਿਮਤਾਂ ਬਖਸ਼ਿਸ਼ਾਂ ਦਰਗਾਹ ਦੀਆਂ, ਇਹ ਕਲਗੀਧਰ ਪਿਤਾ ਦੀ ਬਖਸ਼ਿਸ਼ ਵੰਡ ਰਹੇ ਨੇ ਧਰਤੀ ਦੇ ਲੋਕਾਂ ਤੇ, ਟੁੱਟੇ ਹੋਏ ਲੋਕਾਂ ਨੂੰ ਜੋੜ ਰਹੇ ਨੇ ਚਰਨਾਂ 'ਚ। ਤੇ ਬੜੂੰਦੀ ਦੀ ਸੰਗਤ ਨੇ ਬੇਨਤੀ ਕੀਤੀ, ਜੋ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਨਾਨਕੇ ਪੂਜਨੀਕ ਮਾਤਾ ਪ੍ਰਤਾਪ ਕੌਰ ਜੀ ਦਾ ਪਿੰਡ, ਬੇਨਤੀ ਕੀਤੀ। ਬਾਬਾ ਜੀ ਨੇ ਬੇਨਤੀ ਮਨਜ਼ੂਰ ਕੀਤੀ। ਬੜੂੰਦੀ ਵਿਖੇ ਦੀਵਾਨ ਲੱਗ ਰਹੇ ਨੇ। ਥੋੜੇ ਦਿਨਾਂ ਲਈ ਬਾਬਾ ਜੀ ਕਹਿੰਦੇ ਬੜੂੰਦੀ ਠਹਿਰਾਂਗੇ। ਬਾਕੀ ਪਿੰਡਾਂ ਚੋਂ ਤਾਂ ਦੀਵਾਨ ਲਾ ਕੇ ਆ ਜਾਂਦੇ ਸੀ, ਫਿਰ ਬੜੂੰਦੀ ਬਾਬਾ ਜੀ ਕਈ ਦਿਨਾਂ ਲਈ ਰੁਕ ਗਏ। ਅੱਜ ਵੀ ਉੱਥੇ ਬਈ ਮਾਨਾ ਪੱਤੀ ਵਿੱਚ ਮਾਤਾ ਜੀ ਦਾ ਪ੍ਰਤਾਪ ਫੈਲਦਾ ਹੈ ਤੇ ਫੈਲਦਾ ਰਹੇਗਾ, ਫੈਲ ਰਿਹਾ ਹੈ। ਆ ਮੇਰੇ ਨਾਲ ਪਿਛਲੇ ਪਾਸੇ ਸਤਿਕਾਰਯੋਗ ਸੰਤ ਬਾਬਾ ਧੰਨਾ ਸਿੰਘ ਜੀ ਬੈਠੇ ਨੇ। ਇਹ ਬੜੂੰਦੀ ਨਾਨਕਸਰ, ਉੱਥੇ ਜੋ ਬਾਬਾ ਜੀ ਦੇ ਨਾਨਕਿਆਂ ਦੇ, ਇਹ ਨਾਨਕਾ ਨਗਰ ਵਿੱਚ ਜੋ ਨਾਨਕਸਰ, ਇਹ ਉੱਥੇ ਸੇਵਾ ਕਰਾਉਂਦੇ ਨੇ। ਵਾਹ ਵਾਹ। ਬਾਬਾ ਜੀ ਨੇ ਆ ਕੇ ਸੱਚਖੰਡ ਬਣਵਾਇਆ। ਭਾਈ ਇਹ ਮੋਗੇ ਵਾਲਿਆਂ ਦੀ ਸੇਵਾ ਹੁੰਦੀ ਸੀ, ਮੋਗੇ ਵਾਲੇ ਭਾਈ ਸ਼ੇਰ ਸਿੰਘ ਹੋਣੀ, ਤੇ ਉਹਨਾਂ ਦੀ ਆਪਣੀ ਟੀਮ ਸੇਵਾਦਾਰਾਂ ਦੀ, ਜਿੱਥੇ ਹੁਕਮ ਹੁੰਦਾ ਜਾ ਕੇ ਫੋਲਡਿੰਗ ਸੱਚਖੰਡ ਜਾ ਕੇ ਸੈੱਟ ਕਰ ਦਿੰਦੇ, ਸੱਚਖੰਡ ਬਣਾ ਦਿੰਦੇ। ਐਵੇਂ ਸੱਚਖੰਡ ਬਣਾਇਆ ਗਿਆ। ਦਰਬਾਰ ਲੱਗਦੇ, ਪਿੰਡਾਂ ਦਾ ਇਕੱਠ ਹੁੰਦਾ, ਕੋਈ 30-35 ਪਿੰਡਾਂ ਤੋਂ ਸੰਗਤਾਂ ਆਉਂਦੀਆਂ, ਹਜ਼ਾਰਾਂ ਸੰਗਤਾਂ ਦਾ ਇਕੱਠ ਹੁੰਦਾ। ਤੇ ਰੋਜ਼ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਵਾਸਤੇ ਨਾਮ ਲਿਖੇ ਜਾਂਦੇ, ਲਿਖਾਏ ਜਾਂਦੇ। ਤੇ ਇੱਥੇ ਭਾਈ ਸਰਦਾਰਾ ਸਿੰਘ ਪਹੁੰਚਿਆ, ਕਿਉਂਕਿ ਉੱਥੇ ਨੇੜੇ ਹੀ ਉਹਦੇ ਬੱਚੇ ਰਹਿੰਦੇ ਸਨ। ਭਾਈ ਸਰਦਾਰਾ ਸਿੰਘ ਜਦੋਂ ਬੜੂੰਦੀ ਪਹੁੰਚਿਆ, ਬਾਬਾ ਜੀ ਖਾਸ ਮੌਜ ਵਿੱਚ, ਨਾਨਕਿਆਂ ਦੀ ਮੌਜ ਵੀ ਬੜੀ ਪਿਆਰੀ ਹੈ ਬਈ।
ਛੁੱਟੀਆਂ ਵਿੱਚ ਬੱਚੇ ਉਡੀਕਦੇ ਨੇ ਕਿ ਮਾਂ ਦੇ ਪਿੰਡ ਕਦੋਂ ਜਾਣਾ ਹੈ, ਮਾਂ ਦੇ ਘਰ ਕਦੋਂ ਜਾਣਾ ਹੈ। ਨਾਨਕੇ ਮਿੱਠੇ ਲੱਗਦੇ। ਤੋ ਬਾਬਾ ਜੀ ਆਪਣੀ ਮੌਜ ਵਿੱਚ, ਭਾਈ ਸਰਦਾਰਾ ਸਿੰਘ ਗਿਆ, ਮੱਥਾ ਟੇਕਿਆ। ਬਾਬਾ ਜੀ ਕਹਿੰਦੇ, ਆ ਬਈ ਯਾਰਾ, ਕੀ ਹਾਲ ਹੈ? ਇੰਨੀ ਮਸਤੀ ਮੌਜ। ਉਹ ਰੱਬ ਜੈਸੇ ਫਕੀਰ ਨੇ, ਦਰਵੇਸ਼ ਨੇ। ਰੱਬ ਵਿੱਚ ਤੇ ਉਹਨਾਂ ਵਿੱਚ ਅੰਤਰ ਹੀ ਕੋਈ ਨਹੀਂ ਹੈ। ਸੰਤ ਅਨੰਤ ਹੈ, ਅੰਤਰ ਨਾਹੀ। ਸੰਤ ਵਿੱਚ ਤੇ ਅਨੰਤ ਪ੍ਰਭੂ ਪਰਮਾਤਮਾ ਪਰਮੇਸ਼ਵਰ ਅਕਾਲ ਪੁਰਖ ਦੇ ਵਿੱਚ ਕੋਈ ਭੇਦ ਹੀ ਨਹੀਂ ਹੈ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਪਰ ਏਕ ਜਨ ਕਈ ਮੈਂ ਲੱਖ ਕਰੋੜੀ। ਜਾਂ ਕੈ ਹੀ ਹੈ ਪ੍ਰਗਟ ਪ੍ਰਭ ਹੋਵਾ, ਅਨ ਦਿਨ ਕੀਰਤਨ ਰਸਨ ਮੋਰੀ। ਹੈ ਨ ਵਿਰਲੇ ਭਾਈ, ਜੋ ਬੋਲ ਦੇਣ ਉਵੇਂ ਸੁਹਨ, ਜਿਉਂ ਬੋਲਣ ਤਿਵੇਂ ਸੁਹਨ। ਵਾਹ ਵਾਹ। ਜਿਨ੍ਹਾਂ ਅੰਦਰ ਪ੍ਰੀਤ ਪਿਰਮ ਕੀ, ਜਿਨ੍ਹਾਂ ਦੇ ਅੰਦਰ ਪ੍ਰੀਤ ਹੈ ਪ੍ਰਮਾਤਮਾ ਦੀ, ਜਿਉਂ ਬੋਲਣ। ਆ ਬਈ ਯਾਰਾ, ਕੀ ਹਾਲ ਹੈ? ਉਸਨੇ ਕਿਹਾ, ਮਹਾਰਾਜ ਇੱਕ ਬੇਨਤੀ ਹੈ। ਅੱਜ ਖੁਸ਼ੀ ਦੀ ਬਜਾਏ ਨਾ ਥੋੜੀ ਨਿਰਾਸ਼ਤਾ ਸੀ ਉਹਦੇ ਜਵਾਬ ਵਿੱਚ। ਕਹਿੰਦਾ, ਬਾਬਾ ਜੀ ਅੱਜ ਬੇਨਤੀ ਕਰਨੀ ਹੈ। ਹਾਂ ਬਈ ਕਰ ਬੇਨਤੀ। ਬਾਬਾ ਜੀ ਯਾਰਾ ਯਾਰਾ ਹੀ ਕਹਿ ਕੇ ਟਾਲੀ ਜਾਂਦੇ ਹੋ, ਕੋਈ ਨਜ਼ਾਰਾ ਤਾਂ ਵਿਖਾਇਆ ਨਹੀਂ। ਜਿਨ ਮੇਲਿਆ, ਜਿਨ ਮੇਲਿਆ, ਦੁਖ ਜਾਹੇ ਹਮਾਰੇ, ਦੁਖ ਜਾਹੇ ਹਮਾਰੇ, ਦੁਖ ਜਾਹੇ ਹਮਾਰੇ, ਦੁਖ ਜਾਹੇ ਹਮਾਰੇ। ਤੇ ਹਰ ਜਨ ਹਰ ਮੇਲੋ ਹਮ ਪਿਆਰੇ, ਤੇ ਹਰ ਜਨ ਹਰ ਮੇਲੋ ਹਮ ਪਿਆਰੇ। ਸਾਨੂੰ ਵੀ ਮੇਲ ਦਿਓ ਐਸਾ ਭਾਈ ਸਰਦਾਰਾ ਸਿੰਘ ਨੂੰ ਮੇਲਿਆ। हे ਰੱਬ ਜੀਓ, हे ਪਰਮ ਪਿਤਾ ਪ੍ਰਮਾਤਮਾ, ਸਾਨੂੰ ਵੀ ਮੇਲ ਦਿਓ। ਸ਼ਾਸਤਰਾਂ ਵਿੱਚ ਦੁੱਖ 3 ਤਲ ਦਾ ਮੰਨਿਆ, ਜਿਹਦੇ ਮਿਲਣ ਨਾਲ 3 ਤਰ੍ਹਾਂ ਦਾ ਦੁੱਖ ਚਲਿਆ ਜਾਏ। ਤਨ, ਮਨ, ਆਤਮਾ। ਤਨ ਦੇ ਆਪਣੇ ਦੁੱਖ ਨੇ, ਮਨ ਦੇ ਆਪਣੇ ਦੁੱਖ ਨੇ, ਤੇ ਆਤਮਾ ਦਾ ਇੱਕ ਆਪਣਾ ਦੁੱਖ ਹੈ, ਜਿਹੜਾ ਸ਼ਾਸਤਰਾਂ ਵਿੱਚ ਭ੍ਰਮ ਰੂਪ ਕਿਹਾ। ਜੇ ਭ੍ਰਮ ਹੈ ਤੇ ਆਤਮ ਸਾਖਸ਼ਾਤਕਾਰ ਨਹੀਂ ਹੁੰਦਾ। ਇਹ ਵੱਡਾ ਦੁੱਖ ਹੈ। ਆਤਮ ਸਾਖਸ਼ਾਤਕਾਰ ਨਹੀਂ ਹੋਇਆ ਤੇ ਆਤਮ ਰਸੀਆ ਨਹੀਂ। ਜਿਹੜਾ ਆਤਮ ਰਸੀਆ ਨਹੀਂ ਉਹ ਖਾਲਸਾ ਨਹੀਂ। ਆਤਮ ਰਸ ਜਿਹ ਜਾਣਹੀ ਸੋ ਹੈ ਖਾਲਸ ਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਫਿਰ ਜਿਹੜਾ ਆਤਮ ਰਸੀਆ ਉਹਦੀ ਮਹਿਮਾ ਪ੍ਰਭ ਮੈਂ, ਮੋਹ ਮੈਂ, ਤਾਸ ਮੈਂ, ਰੰਚਕ ਨਾਹੇ ਨਾ ਭੇਵ। ਕਹਿੰਦੇ ਪ੍ਰਮਾਤਮਾ ਵਿੱਚ, ਮੇਰੇ ਵਿੱਚ ਤੇ ਉਸ ਆਤਮ ਰਸੀਏ ਸਾਧਕ ਵਿੱਚ, ਸਿੱਖ ਵਿੱਚ ਕੋਈ ਭੇਦ ਨਹੀਂ ਹੈ।
वो सिख ही ब्रह्म स्वरूप है, वो सिख गुरु रूप है। गुरु सिख, सिख गुरु। महाराज यारा यारा कह के टाल दिन्ने हो, कोई नज़ारा तो विखाया नहीं। वो गल जिहड़ी तुहाडे नाल तालमेल खांदी होवे वो दिखाओ। बाबा जी कहंदे वेखी तो बहुत है हुण तक। कहंदा जी वो तो मैं भजन कीता, कदे दर्शन हो गए कलगीधर पिता दे। मैं थोड़े दिन बंदगी कीती, गुरु नानक पातशाह दे दीदार हो गए, कदे साहिबजादियां दे दीदार हो गए, कदे नीहां विच खलोते वेख लए, दीदार होए। बड़े दिन रंग चढ़िया रहा, मस्ती चढ़ी रही। बाबा जी आप भी कोई कृपा करो ना। अपने वालों कुछ दिखाओ। मुस्कुराए, ये दरगाह दे मालिक ने, मालिक मुस्कुराए ने। वाह सरदारा सिंह, मैं तो कहा बई उन्नी गल नाल ही गुजारा हो जाना, तैनू कुछ होर भी देना पैना। कह दो सारे धन बाबा ईश्वर सिंह जी, धन बाबा ईश्वर सिंह जी। तैनू कुछ होर भी देना पैना है न विरले ऐसे संत। कोई ऐसा रे कोई ऐसा रे ऐसो रे संत केड़ा किदी पुकार कीती गई। मेरी लाहे सगल चिंत कोई ऐसो रे ऐसो रे ऐसो ऐसो रे ऐसो रे कोई ऐसो रे संत मेरी लाहे सगल चिंत ठाकुर स्यों मेरा रंग लावे। कोई ऐसो रे संत है ठाकुर स्यों मेरा रंग लावे। बाबा आनंद सिंह जी महाराज कहते सन, बहुत वरे पहला दास ने नानकसर अड्डे तो नानकसर दरवाजे तक कोटेशनां लिख के लगवाइयां सी नानकसर न। उन्हां विच एक कोटेशन विच बाबा जी दे बचनां दी जेड़ा साध, ये हुण कोटेशन है बाबा आनंद सिंह जी महाराज, जेड़ा साध अपने सतसंगी नूं दुनियावी पदार्थां दे झांसे दे के उवें दे भजन पाठ कराउंदा है, वो दरगाह चों धक्का दिंदा है। कोई ऐसा रे ऐसा रे संत कोई ऐसा रे पेट संत मेरी लागे सगल चिंत। है जमदूतां दा फिक्र कि नहीं? चिंता दसो है कि नहीं? है चिंता कि आत्म कल्याण कदों होवेगी? है ना। जे जीवन लई तुसी ईमानदार हो, वफादार हो, तां ये चिंता होवेगी। जे जीवन लई ईमानदार नहीं, जिवें पशु बतीत कर गए जीवन में बंदा कर गया।
जे इनू चिंता ही नहीं है आत्म कल्याण दी, है चिंता, इनू चिंता है मेरा बच्चा वड्डा हो रहा है किते हुक्म तो बाहर ना हो जाए, वड्डा हो के किते सिक्खी तो पत्तत ना हो जाए, ये मेरी धी जवान हो रही है किधरे चिंता है, चिंता है, कितनियां चिंता ने मेरी लाहे सगल चिंता, ठाकुर स्यों मेरा रंग लावे, उस मालिक नाल मेरा प्यार ला देवे। पर कहंदे कुछ कीता भी है कि एवें एहो जे संतां नूं पुकारदा है ते निशानियां दस रहा है। कहंदे हाँ पढ़े रे सगल वेद, ये भी कीता मैं, सारे ही वेद पढ़े ने। पढ़े रे सगल वेद, नह चूके मन भेद, नहीं चुकिया गया भेद मन दा, सारे वेद पढ़े। एक खिंड ना धीरे मेरे घर के पंचा, कोई ऐसो रे भगत जो माया ते रहत, एक अमृत ना मेरे हृदय संचार। है कोई जो माया ते रहत हो, माया ते रहत, है कोई भगत अज ढूंढिए कोई माया ते रहत, कोई भ्रम तो रहत, क्योंकि शास्त्र विच माया पैसे नूं नहीं भ्रम नूं कहा। भ्रम जिहदा भ्रम नहीं गया ओदी माया नहीं जा सकती, ओदे उपर माया अपना हुक्म रखेगी ही। वो माया दा कहा ही, माया दे हुक्म च गुरुद्वारे आएगा, माया दे हुक्म च नितनेम करेगा, माया दे हुक्म च सुखमनी साहब पढ़ेगा, माया दे हुक्म च माला फेरेगा, माया दे हुक्म च संतां साधां कोल जावेगा, माया दे हुक्म च मंदिरां मसीतां गुरुद्वारियां दे चक्कर कड्ढेगा। जितनी देर भरम नहीं टुटदा गल नहीं बनती, जिदन भरम टुट गया उदन माया दा हुक्म उत्तों हट जाएगा। फिर किहदा हुक्म? फिर मायापति परमेश्वर दा हुक्म आ जाएगा। फिर परमेश्वर दे हुक्म विच जीव आ जाएगा। फिर गुरुद्वारे भी आना हुक्म विच होएगा, किसी साधु कोल जाना भी फिर हुक्म विच है, फिर बाजार विच जाना भी हुक्म विच है, व्यापार करना भी हुक्म विच है, कारोबार करना भी फिर हुक्म विच है। पर इत्थे तां तीसरे पातशाह कहंदे ने लिव छुड़की लगी तृष्णा, अगे कह दियो फिर माया अमर वरताया, माया ने तेरे उत्ते हुक्म वरता दिता है। है कोई ऐसा? बाबा जी कहंदे वाह तेरे लिए कुछ होर भी देना पऊ चंगा। फिर बाबा जी कहंदे इतनी नेड़ता जे यार कहंदे सी, अगाह वाली गल तो किड्डा वड्डा सिद्ध होया। कहंदे जा सरदारा सिंह रात दे कीर्तन दे भोग तो बाद वो सरदारा सिंह नूं कहण लगे, जा सरदारा सिंह तू साडे ना जिहड़ा नानका घर है ना, साडे नानके घर जाके मंजा ले लै, सौ जाई आराम नाल। बड़ौंदी पिंड विच भाई सरदारा सिंह नूं इतनी नेड़ता, जा साडे नानके घर उत्थे मंजा बिस्तरा चंगा मिल जाएगा, उत्थे जाके आराम कर। सतबचन जी नेड़ता बड़ी सी,
जिन्हों रब यार कहे बई, जिन्हों रब यार कह देवे वो किदी परवाह करदा है। कीर्तन सोले दा पाठ कीता, पाठ कीता, फिर जितनी देर नींद ना आई सिमरन कीता। सिमरन करदिया गुरु महाराज दा ध्यान जो बाबा आनंद सिंह जी महाराज दसदे, जो बाबा ईश्वर सिंह जी महाराज दसदे सन कि ध्यान गुरु नानक दा, ध्यान गुरु नानक दा। एवें ना सुनिया करो गल्लां लोकां दियां, करया करो ध्यान गुरु दा। किसी ने कुछ नहीं देना, किसी विद्वान ने बांह नहीं फड़नी। बांह फड़नी है तो तेरी गुरु नानक ने फड़नी है, बांह फड़नी है तो तेरी कलगीधर ने फड़नी है। रोज अमृत वेले उठ के जदों गुरमंत्र जपे उस वेले ध्यान करया कर गुरु नानक साहिब दा। जिन्हें बांह फड़नी है, बाणी मार्ग दसदी है, कहंदे रव के सुत को तिन त्रास कहां, जो चरण गुरु चित लावत है। सूरज दे पुत्रां दा डर कादा? आ कहंदे है ना कई लोग तेन शनि भारी है, तेन फलानी चीज है। तो शनि सूरज दा पुत्र है, शनि सूरज दा पुत्र है। रव के सुत को तिन त्रास कहां, उन्हां नूं डर कादा? जो चरण गुरु चित लावत हैं, जेड़े अपने गुरु दे चरनां च चित लाउंदे ने। ये बाणी दसदी, बाणी दसदी। हुण बाणी दा बचन मन्नोगे कि उन्हां दा जिन्हां ने 4 अखर पढ़े ते उपदेश करन लग पे? बाणी दा बचन मन्नोगे, चरण कमल स्यों लागे ध्यान। हाँ महाराज तुसी ਸਾਹਿਬ श्री गुरु ग्रंथ साहिब जी का सहज पाठ जदों करो, हर अंग ते किते किते तां एक अंग विच कई कई वार चरणां दा जिक्र, एक एक अंग विच कई कई वार चरणां दे ध्यान दा जिक्र है। तो इन्नी वार तेरा गुरु तेनू उपदेश करदा चरणां दे ध्यान दा, ओए तू लोकां दियां गल्लां सुनदा नहीं। गुरु दी गल सुन, गुरबाणी दी गल सुन। चरणां दा ध्यान करके सरदारा सिंह सौ गया, नींद आ गई। दृष्टांत होया, यमदूत आए, दृष्टांत यमदूत आए, भाई सरदारा सिंह दी रूह नूं लै गए धर्मराज दे कोल, लै गए धर्मराज दे पास। यमदूतां नूं धर्मराज कहंदा है कौन है? कहंदा जी ये सरदारा सिंह है। वो कहंदे ये कित्थों दा है? ये कलेरा पिंड दा है। धर्मराज ने वेख्या, वो कहंदा पिंड कलेरा ते पिंड शेरपुरा, एदा मेरे कोल हिसाब ही है नहीं, नाम ही है नहीं मेरे कोल। धर्मराज कहंदा कलेरा पिंड दा नाम ही है नहीं मेरे कोल। कलेरा वालिओ मेरे को हिसाब है नहीं, ना शेरपुरे दा ना कलेरा पिंड दा। इनू ले जाओ, वापस ले जाओ, कोई होर सरदारा सिंह ले आओ जिन्हों ले आना सी।
ਕਲੇਰਾਂ ਪਿੰਡ ਵਾਲੇ ਮੇਰੇ ਕੋਲ ਨਹੀਂ ਆ ਸਕਦੇ। ਵਾਹ ਵਾਹ। ਉਹਨੇ ਕਿਹਾ ਸੀ ਨਾ ਪਹਿਲੇ ਦਿਨ, ਯਾਰਾ ਯਾਰਾ ਕਹਿ ਕੇ ਤੋਰ ਦਿੰਦੇ ਹੋ, ਕੋਈ ਨਜ਼ਾਰਾ ਤਾਂ ਦਿਖਾਉਂਦੇ ਨਹੀਂ। ਕਹਿੰਦੇ ਚੰਗਾ ਵੀ ਤੈਨੂੰ ਹੁਣ ਦੱਸਣਾ ਪੈਣਾ। ਫਿਰ ਇਹ ਆ ਗਿਆ। ਥੋੜੇ ਚਿਰ ਮਗਰੋਂ ਗੁਰੂ ਕੇ ਸਿੰਘ ਆਏ, ਅੰਮ੍ਰਿਤ ਧਾਰੀ ਜਾਮੇ, 5 ਕਕਾਰ ਸਜਾਏ ਹੋਏ ਆ। 2 ਸਿੰਘ ਆਏ, ਇਹਦੀ ਜੀਵਾਤਮਾ ਨੂੰ ਲੈ ਗਏ। ਕੀ ਵੇਖਦਾ? ਸੱਚਖੰਡ ਜਿਹੜਾ ਮੈਂ ਨਾਨਕਸਰ ਤੱਕਦਾ, ਇਹੀ ਸੱਚਖੰਡ ਹੈ, ਇਹੀ ਸੱਚਖੰਡ। ਤੇ ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਪ੍ਰਕਾਸ਼ ਹੈ। ਉੱਥੇ ਪਰਮ ਜੋਤ ਵਿਰਾਜਮਾਨ ਹੈ। ਉਸ ਪ੍ਰਕਾਸ਼ ਦੀ ਹਜ਼ੂਰੀ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਜਿੱਥੇ ਉੱਥੇ ਬਾਬਾ ਆਨੰਦ ਸਿੰਘ ਜੀ ਬੈਠੇ ਨੇ, ਤੇ ਉਹਨਾਂ ਕੋਲ ਭਾਈ ਸਰਦਾਰਾ ਸਿੰਘ, ਜਿਹੜੇ ਪੁਰਾਣੇ ਸੰਗੀਆਂ ਨੂੰ ਜਾਣਦਾ ਸੀ, ਜਿਹੜੇ ਨਿਤਨੇਮੀ ਸਨ, ਜਿਨ੍ਹਾਂ ਨੇ ਬਾਬਾ ਜੀ ਦੀਆਂ ਖੁਸ਼ੀਆਂ ਲਈਆਂ ਸੀ, ਨਿਤਨੇਮ ਵਿੱਚ ਪੱਕੇ, ਧਿਆਨ ਵਿੱਚ ਪੱਕੇ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਫਿਰ 5 ਕਕਾਰਾਂ ਦੀ ਰਹਿਤ, 5 ਬਾਣੀਆਂ ਦਾ ਨਿਤਨੇਮ, ਗੁਰ ਸ਼ਬਦ ਨਾਲ ਜੁੜੇ ਹੋਏ ਉਹ ਸੰਗੀ, ਜਿਹੜੇ ਹੁਣ ਧਰਤੀ ਤੇ ਨਹੀਂ ਸੀ, ਚਲੇ ਗਏ ਸੀ ਉੱਪਰ, ਅਕਾਲ ਚਲਾਣਾ ਕਰ ਗਏ ਸੀ, ਉਹ ਬਾਬਾ ਆਨੰਦ ਸਿੰਘ ਜੀ ਦੇ ਬਾਹਰ ਸੰਗਤ ਰੂਪ ਵਿੱਚ ਬੈਠੇ ਨੇ ਦਰਬਾਰ ਵਿੱਚ। ਉਹ ਭਾਈ ਸਰਦਾਰਾ ਸਿੰਘ ਨੇ ਤੱਕੇ ਨੇ। ਜਦੋਂ ਇਸ ਨੇ ਮੱਥਾ ਟੇਕਿਆ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਆ ਬਈ ਸਰਦਾਰਾ ਸਿੰਘ ਆ ਗਏ ਜੀ ਹਜ਼ੂਰ। ਪਹਿਲਾਂ ਤਾਂ ਯਮਦੂਤ ਲਗਾਏ ਧਰਮਰਾਜ ਕੋਲ, ਉਹਨੇ ਵਾਪਸ ਭੇਜਤਾ। ਫਿਰ ਇਹ ਆਪ ਜੀ ਦੇ ਸਿੰਘ ਲੈ ਆਏ ਹੁਣ ਆਪ ਜੀ ਕੋਲ। ਬਾਬਾ ਜੀ ਕਹਿਣ ਲੱਗੇ, ਸਰਦਾਰਾ ਸਿੰਘ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ ਤੇ ਨਿਤਨੇਮੀ ਹੁੰਦਾ, ਗੁਰ ਸ਼ਬਦ ਦਾ ਅਭਿਆਸ ਕਰਦਾ, ਗੁਰੂ ਚਰਨਾਂ ਵਿੱਚ ਚਿੱਤ ਲਗਾਉਂਦਾ, ਬਾਬਾ ਜੀ ਕਹਿੰਦੇ ਉਹਦਾ ਮਾਰਗ ਜਮਾਂ ਦਾ ਮਾਰਗ ਨਹੀਂ ਹੈ। ਫਿਰ ਉਹ ਧਰਮਰਾਜ ਕੋਲ ਨਹੀਂ ਜਾਂਦੇ, ਫਿਰ ਉਹ ਸਿੱਧੇ ਸੱਚਖੰਡ ਵਿੱਚ ਹੀ ਆਉਂਦੇ ਐ। ਇਉਂ ਤੂੰ ਅੰਮ੍ਰਿਤ ਛਕਿਆ ਹੋਇਆ, ਨਿਤਨੇਮੀ ਹੈ, ਬਾਣੀ ਨੂੰ ਪਿਆਰ ਕਰਦਾ, ਸ਼ਬਦ ਅਭਿਆਸੀ ਹੈ, ਸਤਿਗੁਰੂ ਦੇ ਚਰਨਾਂ ਦਾ ਧਿਆਨ ਕਰਦਾ, ਤੇਰਾ ਮਾਰਗ ਜਮਾਂ ਦਾ ਮਾਰਗ ਨਹੀਂ ਹੈ। ਸਤਿਗੁਰ ਪੂਰੈ ਸਾਚ ਕਹਿਆ, ਇਹ ਗੁਰਬਾਣੀ ਕਹਿੰਦੀ ਹੈ ਇਸ ਗੱਲ ਨੂੰ। ਸਤਿਗੁਰ ਪੂਰੈ ਸਾਚ ਕਹਿਆ, ਨਾਮ ਤੇਰੇ ਕੀ ਮੁਕਤੇ ਬੀਥੀ, ਜਮ ਕਾ ਮਾਰਗ ਦੂਰ ਰਿਹਾ। ਜਮਾਂ ਦਾ ਮਾਰਗ ਹੀ ਦੂਰ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤਾਂ ਕਹਿੰਦੇ ਸੀ, ਗੁਰਸਿੱਖ ਦਾ ਮਾਰਗ ਹੀ ਹੋਰ ਹੈ ਜਾਣਦਾ, ਜਮਾਂ ਦਾ ਮਾਰਗ ਨਹੀਂ। ਇਹਨੂੰ ਜਮਦੂਤ ਨਹੀਂ ਲਿਜਾਂਦੇ, ਇਹਨੂੰ ਤਾਂ ਗੁਰੂ ਆਪ ਲੈਣ ਆਉਂਦਾ ਜਾਂ ਸ਼ਹੀਦ ਸਿੰਘ ਲੈਣ ਆਉਂਦੇ। ਫਿਰ ਬਾਬਾ ਜੀ ਕਹਿਣ ਲੱਗੇ, ਭਈ ਤੂੰ ਕੱਲ ਸਾਡੇ ਜੋ ਸਰੂਪ ਨੇ ਬਾਬਾ ਈਸ਼ਰ ਸਿੰਘ ਜੀ ਇਸ ਵੇਲੇ, ਉਹਨਾਂ ਨੂੰ ਸਵਾਲ ਕੀਤਾ ਸੀ, ਕੋਈ ਨਜ਼ਾਰਾ ਵਿਖਾਓ। ਕਹਿੰਦੇ ਇਹ ਤੈਨੂੰ ਉਹਨਾਂ ਨੇ ਨਜ਼ਾਰਾ ਵਿਖਾਇਆ, ਸੱਚ ਨਜ਼ਾਰਾ, ਸੱਚ ਦਾ ਨਜ਼ਾਰਾ। ਬਾਬਾ ਆਨੰਦ ਸਿੰਘ ਜੀ ਮਹਾਰਾਜ ਦਰਗਾਹ 'ਚ ਬੈਠੇ ਉਸ ਭਾਈ ਸਰਦਾਰਾ ਸਿੰਘ ਨੂੰ ਕਹਿ ਰਹੇ ਨੇ, ਤੇ ਇਹ ਵਾਕਿਆ ਹੈ ਬੜੂੰਦੀ ਨਗਰ ਦਾ। ਬਾਬਾ ਜੀ ਦੇ ਨਾਨਕੇ ਘਰ ਵਿੱਚ ਸੁੱਤਾ ਹੋਇਆ ਭਾਈ ਸਰਦਾਰਾ ਸਿੰਘ,
ਬਾਬਾ ਜੀ ਕਹਿੰਦੇ ਤੂੰ ਬਈ ਬਾਬਾ ਈਸ਼ਰ ਸਿੰਘ ਜੀ ਨੂੰ ਕਿਹਾ ਸੀ ਕੱਲ ਨਜ਼ਾਰਾ ਕੋਈ ਵਿਖਾਇਆ ਨਹੀਂ, ਇਹ ਤੈਨੂੰ ਸੱਚ ਦਾ ਨਜ਼ਾਰਾ ਦਿਖਾਇਆ ਹੈ ਕਿ ਇਹ ਤਾਕਤ ਹੈ ਭਾਈ, ਉਹ ਐਵੇਂ ਨਹੀਂ ਵਿਚਰ ਰਹੇ ਧਰਤੀ ਤੇ, ਦਰਗਾਹ ਵਿੱਚ ਉਹਨਾਂ ਦਾ ਵਚਨ ਚੱਲਦਾ ਹੈ। ਉਹ ਦਰਗਾਹ ਪ੍ਰਮਾਣ ਹੁੰਦਾ ਹੈ ਜੋ ਉਹਨਾਂ ਦਾ ਸੰਕਲਪ ਹੁੰਦਾ ਹੈ। ਇਉਂ ਭਾਈ ਸਰਦਾਰਾ ਸਿੰਘ ਜਾਗ ਆਈ, ਅੰਮ੍ਰਿਤ ਵੇਲੇ ਉੱਠਿਆ, ਬੜਾ ਖੁਸ਼ ਵੀ ਹੈ ਤੇ ਹੈਰਾਨ ਵੀ ਹੈ। ਨਿਤਨੇਮ ਕੀਤਾ, ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ, ਆਣ ਬੈਠਾ ਆਸਾ ਦੀ ਵਾਰ ਦਾ ਕੀਰਤਨ ਆਨੰਦ ਮਾਣਿਆ। ਭੋਗ ਪੈਣ ਤੋਂ ਬਾਅਦ ਸੱਚਖੰਡ ਵਿੱਚ ਬਾਬਾ ਜੀ ਆਏ, ਦਰਸ਼ਨ ਹੋਏ। ਬਾਅਦ ਵਿੱਚ ਜਦੋਂ ਜਾ ਕੇ ਮੱਥਾ ਟੇਕਿਆ, ਬਾਬਾ ਜੀ ਮੁਸਕਰਾ ਕੇ ਅਜੇ ਕੁਛ ਨਹੀਂ ਕਿਹਾ, ਭਾਈ ਸਰਦਾਰਾ ਸਿੰਘ ਨੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਮੁਸਕਰਾ ਕੇ ਕਹਿੰਦੇ ਆ, ਆਹ ਬਈ ਯਾਰਾ ਓਏ ਵੇਖਿਆ ਨਜ਼ਾਰਾ।